Good morning everyone. Myself Kajal from Brain Making Coaching Classes. ਜਿਹੜੀ ਅੱਜ ਦੀ ਸਾਡੀ ਵੀਡੀਓ ਹੈ ਉਹ ਮਾਸਟਰ ਕੈਟ ਦੇ ਸਟੂਡੈਂਟਸ ਲਈ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਦੀ ਸਾਇੰਸ ਬ੍ਰਾਂਚ ਹੈ ਜਿਹੜੇ ਪੀਟੈਟ ਸੀਟੈਟ ਦਾ ਪੇਪਰ ਦੇ ਰਹੇ ਸਟੂਡੈਂਟਸ ਤੇ ਉਹਨਾਂ ਦਾ ਪੇਪਰ ਜਿਹੜਾ ਸੈਕਿੰਡ ਹੈ ਉਹਨਾਂ ਲਈ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ। ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਿਲੇਬਸ ਬਾਰੇ ਕਿ ਮਾਸਟਰ ਕੈਟ ਦਾ ਜਿਹੜਾ ਸਾਇੰਸ ਦਾ ਸਿਲੇਬਸ ਹੈ ਉਸ ਬਾਰੇ ਕਿ ਮਾਸਟਰ ਕੈਟ ਦੇ ਪੇਪਰ ਦੇ ਵਿੱਚ ਤੁਹਾਨੂੰ ਸਿਲੇਬਸ ਦੇ ਵਿੱਚ ਕਿਹੜੇ-ਕਿਹੜੇ ਟੌਪਿਕਸ ਆਣਗੇ ਤੇ ਸਾਡੀ ਕੋਚਿੰਗ ਕਲਾਸਿਸ ਇਹਦੇ ਵਿੱਚ ਕਿਹੜੇ-ਕਿਹੜੇ ਤੁਹਾਨੂੰ ਟੌਪਿਕਸ ਕਰਵਾਏ। ਠੀਕ ਹੈ ਜੀ। ਸਾਰਿਆਂ ਨੂੰ ਪਤਾ ਹੈ ਹੁਣ ਆਪਣੇ ਨੂੰ ਸਾਇੰਸ ਜਿਹੜੀ ਉਹਦੀ ਤਿੰਨ ਬ੍ਰਾਂਚਸ ਹੈ। ਇੱਕ ਤਾਂ ਹੋ ਗਈ ਆਪਣੀ ਇਨਆਰਗੈਨਿਕ ਕੈਮਿਸਟਰੀ ਦਾ ਪਤਾ ਹੀ ਹੈ ਤੁਹਾਨੂੰ ਸਾਇੰਸ ਦੀਆਂ ਤੇ ਹੁੰਦੀਆਂ ਪਹਿਲਾ ਕੈਮਿਸਟਰੀ ਬਾਇਓ ਐਂਡ ਫਿਜ਼ਿक्स। ठीक है जी। आगे केमिस्ट्री भी अपने तीन साइड्स से वंडिया गई हैं इनऑर्गेनिक ऑर्गेनिक एंड फिजिकल केमिस्ट्री ते ओदे विच जेडे सिलेबस है उन्हां दे भी अलग-अलग क्वेश्चंस बनाए गए हैं। तो सब तो पहला आप आज करांगे फिजिकल केमिस्ट्री दा सिलेबस डिस्कस। फिजिकल केमिस्ट्री दे विच जेडे एग्जाम्स है ਤੁਹਾਨੂੰ ਪਤਾ ਹੋਏਗਾ MCQs टाइप ही आंदा है ऑफलाइन एग्जाम्स ਹੁੰਦਾ है ਤਾਂ ਉਹਨਾਂ ਦਾ ਸਿਲੇਬਸ ਬਾਰੇ ਦੱਸਿਆ ਜਾਏਗਾ ਕਿ ਪੀਟੈਟ ਤੇ ਸੀਟੈਟ ਦੇ ਜਿਹੜੇ ਪੇਪਰ ਸੈਕਿੰਡ ਹੈ ਮਾਸਟਰ ਕੈਟ ਦਾ ਪੇਪਰ ਹੈ ਉਸ ਬਾਰੇ ਤੁਹਾਨੂੰ ਕੀ ਕਰਵਾਇਆ ਜਾਏਗਾ। ਠੀਕ ਹੈ ਜੀ। ਤਾਂ ਇਸ ਬਾਰੇ ਆਪਾਂ ਸਿਲੇਬਸ ਕੀ ਕਰਾਂਗੇ ਅੱਜ ਡਿਸਕਸ ਕਰਾਂਗੇ ਕਿ ਸਿਲੇਬਸ ਦੇ ਵਿੱਚ ਕੀ ਹੈ ਤੇ ਜਿਨ੍ਹਾਂ ਸਟੂਡੈਂਟਸ ਨੂੰ ਇਹ ਵੀਡੀਓ ਬਹੁਤ ਯੂਜ਼ਫੁਲ ਹੈ सब ਲਈ यूजफुल है पर जिन्हां ਲਈ बहुत यूजफुल है ਤੇ ਜਿਨ੍ਹਾਂ ਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਅਵਰ ਚੈਨਲ ਓਕੇ ਤਾਂ ਪਲੀਜ਼ ਕਰ ਦਿਓ। ਚਲੋ ਲੈਟ ਵੀ ਸਟਾਰਟ। ਤਾਂ ਫਿਰ ਆਪਾਂ ਅੱਜ ਕੀ ਕਰਾਂਗੇ ਫਿਜ਼ੀਕਲ ਕੈਮਿਸਟਰੀ ਦਾ ਸਿਲੇਬਸ ਡਿਸਕਸ। ਆਪਣੀ ਜਿਹੜੀ ਗਵਰਨਮੈਂਟ ਹੈ ਜਾਂ ਐਜੂਕੇਸ਼ਨ ਬੋਰਡ ਹੈ ਉਹਨਾਂ ਨੇ ਕੀ ਕੀਤਾ ਸਿਲੇਬਸ ਨੂੰ ਅਲੱਗ-ਅਲੱਗ ਪੋਰਸ਼ਨਸ ਦੇ ਵਿੱਚ ਡਿਵਾਈਡ ਕੀਤਾ ਹੈ। ਟੋਟਲ ਇਹਨਾਂ ਦੇ 7 ਪੋਰਸ਼ਨਸ ਹੈ ਉਹਨਾਂ ਨੇ ਡਿਵਾਈਡ ਕੀਤਾ ਗਿਆ ਤੇ ਉਹਦੇ ਅੰਡਰ ਆਪਣੇ ਸਬ ਟੌਪਿਕਸ ਉਹਨਾਂ ਦੇ ਅੰਡਰ ਸਬ ਟੌਪਿਕਸ ਹੈ ਜਿਨ੍ਹਾਂ ਨੂੰ ਕਿ ਡਿਵਾਈਡ ਕੀਤਾ ਗਿਆ। ਤਾਂ ਆਪਾਂ ਪਹਿਲਾਂ ਉਹਨਾਂ ਨੂੰ ਡਿਟੇਲਸ ਕਰਾਂਗੇ ਕਿ ਹਾਂ ਅਸੀਂ ਇਸ ਕਲਾਸਿਸ ਦੇ ਵਿੱਚ ਜਿਹੜੀ ਮਾਸਟਰ ਕੈਟ ਦੀ ਕੋਚਿੰਗ ਕਲਾਸਿਸ ਹੈ ਸਾਡੇ ਲਈ ਉਹ ਤੁਹਾਨੂੰ ਕੀ ਹੋਏਗੀ ਇੱਕ ਪ੍ਰੀਪੇਡ ਹੋਏਗੀ ਤੇ ਜਿਨ੍ਹਾਂ ਮਤਲਬ ਕਿ ਥੋੜੇ ਲੈਕਚਰਸ ਤੁਹਾਨੂੰ ਡੈਮੋ ਲਈ ਵੀ ਦਿੱਤੇ ਜਾਣਗੇ ਤੇ ਸਟੂਡੈਂਟਸ ਨੂੰ ਜਿਨ੍ਹਾਂ ਨੂੰ ਪਸੰਦ ਆਏਗੀ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਨਾ ਤੁਸੀਂ ਸਭ ਨਾਲ। ਤੇ ਜਿਹੜੇ ਇਸ ਦੇ ਵਿੱਚ ਕੀ ਹੋਏਗਾ ਮਾਸਟਰ ਕੈਟ ਦੇ ਜਿਹੜੇ ਵੀ MCQs ਨੋਟਸ ਸਭ ਕੁਝ ਮਿਲਿਆ ਜਾਏਗਾ। ਸਿਲੇਬਸ ਦੇ ਵਿੱਚ ਡਿਸਕਸ ਕੀਤਾ ਜਾਏਗਾ ਟੌਪਿਕਸ ਜੇ ਟੌਪਿਕਸ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਕਿਸੇ ਵੀ ਟਾਈਮ ਤੇ ਡਿਸਕਸ ਕਰ ਸਕਦੇ ਹੋ। ਚਲੋ ਆਪਾਂ ਸਟਾਰਟ ਕਰਦੇ ਹਾਂ ਸਿਲੇਬਸ। ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਫਿਜ਼ੀਕਲ ਕੈਮਿਸਟਰੀ ਦਾ ਸਿਲੇਬਸ ਸਟਾਰਟ ਕਰਨਾ ਹੈ ਤਾਂ ਬੇਸਿਕ ਆਪਣਾ ਕੀ ਹੈ ਬੇਸਿਕ प्रिंसिपल कह सकते हो प्रिंसिपल ऑफ केमिस्ट्री बेसिक प्रिंसिपल्स ऑफ केमिस्ट्री। फर्स्ट अपना हेडिंग की है बेसिक प्रिंसिपल ऑफ केमिस्ट्री कि केमिस्ट्री का फर्स्ट चैप्टर अपना आएगा पोर्शन बेसिक प्रिंसिपल ऑफ केमिस्ट्री। और ये जो सब टॉपिक्स है पहला आएगा इंपॉर्टेंस ऑफ केमिस्ट्री। सेकेंड है नेचर ऑफ केमिस्ट्री। प्रॉपर्टीज ऑफ मैटर। फोर्थ नेचर ऑफ मैटर। मैटर्स दे मेजरमेंट्स। लॉ सिक्स्थ है अपना लॉ ऑफ कॉम्बिनेशन। सेवेंथ है अपना डाल्टन थ्योरी डाल्टन्स एटॉमिक थ्योरी। एट्थ है अपना एटॉमिक एंड मॉलिक्यूलर मासेस। नाइन्थ आप अच्छे स्टार्ट कर देंगे। नाइन्थ अपना है मोल कंसेप्ट। 10th है अपना मोलर मास कंसेप्ट।
अपने बेसिक प्रिंसिपल ऑफ केमिस्ट्री के अंडर टॉपिक्स है, तुसी इन्हू एक सेकंड लिए नोट कर सकते हो। ओके, पहला की बेसिक प्रिंसिपल ऑफ केमिस्ट्री। बेसिक प्रिंसिपल ऑफ केमिस्ट्री दे विच की अपने सब टॉपिक्स है। पहला है इंपॉर्टेंस ऑफ केमिस्ट्री। केमिस्ट्री की की इंपॉर्टेंस है, केमिस्ट्री आप डेली लाइफ दे विच बहुत यूज करते होवांगे, तो उसकी इंपॉर्टेंस की है। हुण तुहानूं पता है केमिस्ट्री जिवें अपने एक एटम भी है, एटम भी कित्थों बनदा है, छोटे छोटे पार्टिकल्स तो बन के अपना मॉलिक्यूल या एटम बनदा है। वो भी की एक पार्टिकल भी किहदा पार्ट है, केमिस्ट्री का पार्ट है। वो एक केमिस्ट्री का पार्ट है जिहड़ा इंपॉर्टेंस अपने डेली लाइफ दे विच आपां केमिस्ट्री तो बिना नहीं खेल सकते। जिवें फॉर एग्जांपल एसिड्स हो गए, जिवें कोई गैस, मतलब कि सारा कुछ की है अपने केमिस्ट्री की इंपॉर्टेंस है। नेचर ऑफ केमिस्ट्री का मतलब की है कि ਇਹਦਾ नेचर की है, ਇਹਦਾ स्कोप की है केमिस्ट्री का, ਤੇ स्कोप ਆਪਾਂ केमिस्ट्री ਦਾ इमेजिन नहीं कर सकते अपनी लाइफ केमिस्ट्री तो बिना। फिर आता है प्रॉपर्टीज ऑफ मैटर। और मैटर ਤੁਹਾਨੂੰ पता होएगा, मैटर 3 टाइप से ਹੁੰਦੇ ਆ अपने। फर्स्ट मैटर ਹੁੰਦਾ अपना सॉलिड लिक्विड गैस। मैटर कितने तरह के ਹੁੰਦੇ ਆ, स्टेट्स ऑफ मैटर 3 ਹੁੰਦੇ ਆ। स्टेट्स ऑफ मैटर 3 टाइप से ਹੁੰਦੇ अपने। एक ਹੁੰਦਾ अपना सॉलिड, एक ਹੁੰਦਾ अपना लिक्विड ते एक ਹੁੰਦਾ अपना गैसियस, गैस कह लो, कुछ भी कह लो। ਇਹਦੀਆਂ ਕੀ नेचर की है, प्रॉपर्टीज की है ना सारे दी, ठीक है। ਇਹਨਾਂ ਦਾ नेचर की है सॉलिड लिक्विड गैस ਦਾ। ਆਪਾਂ ਮੈਜ਼ਰ ਕਿਵੇਂ ਕਰ ਸਕਦੇ ਹਾਂ, ਹੁਣ ਸॉलिड है, सॉलिड ਨੂੰ ਤੁਸੀਂ ਕਿਵੇਂ ਕਰ ਸਕਦੇ ਹੋ, ਸੈਂਟੀਮੀਟਰਸ ਵੀ ਕਰ ਸਕਦੇ ਹੋ, ਮੀਟਰਸ ਦੇ ਵਿੱਚ ਵੀ ਕਰ ਸਕਦੇ ਹੋ, ਹੈ ਨਾ। ਇਹ ਡਿਪੈਂਡ ਹੁੰਦਾ ਕਿ ਉਹਦੀ ਸ਼ੇਪ ਕਿਵੇਂ ਦੀ ਹੈ। फिर उस तो बाद आता अपना लिक्विड। लिक्विड किहदे विच कर सकते हो, ग्राम्स दे विच, लीटर्स दे विच कर सकते हो। ते गैसेस तो आपां ओपन इन दा हुंदा है, तो गैसेस आपां कर सकते हैं कैलकुलेट, ओके। उस तो बाद है लॉ ऑफ कॉम्बिनेशन। लॉ ऑफ कॉम्बिनेशन दे विच की आएगा, सॉलिड लिक्विड दा कॉम्बिनेशंस किवें आंदा है कि किवें वो दोनों चीज़ां मिल के बना दियां जांदियां, तो वो की आंदा लॉ ऑफ कॉम्बिनेशन। फिर उस तो बाद तुहानूं कराई जाएगी डाल्टन एटॉमिक थ्योरी कि डाल्टन एटॉमिक थ्योरी दे विच की है की नहीं। फिर आएगा एटॉमिक एंड मॉलिक्यूलर मास। एटॉमिक ते मॉलिक्यूलर मास। एटॉमिक दा ते मॉलिक्यूलर मास की हुंदा है। मास की हुंदा है किसी चीज दा जेड़ी चीज अपने घेरा, मतलब कि एक जगह स्पेस कवर करे, उन्हों की कहते हैं अपन मास। वेट नु भी मास कह सकते हैं। फिर उस बाद मोल कांसेप्ट करवाया जाएगा, मोलर मास कांसेप्ट करवाया जाएगा, परसेंटेज कंपोजिशन करवाएगा ते स्टीरियोकेमिस्ट्री करवाया जाएगा। ये सारे टॉपिक्स के दिया प्रिंसिपल और बेसिक प्रिंसिपल ऑफ केमिस्ट्री के अंडर ये सारे टॉपिक्स हैं जी, ठीक है जी। आप सेकंड तो स्टार्ट करते हैं। सेकंड अपना है क्या है, एटॉमिक स्ट्रक्चर। सेकंड अपना है क्या, एटॉमिक स्ट्रक्चर्स। एटॉमिक स्ट्रक्चर से विच पहला थानू करवाया जाएगा सब एटॉमिक मॉलिक्यूलर मास, सब एटॉमिक पार्टिकल्स। सेकंड है एटॉमिक मॉडल्स। थर्ड है बोहर मॉडल्स। बोहर मॉडल फॉर हाइड्रोजन। और हाइड्रोजन एटम। फिर आएगा पंजवा क्वांटम नंबर। सिक्स्थ है नेचर ऑफ इलेक्ट्रोमैग्नेटिक। मॉडल। सेवेंथ है अपना फोटो इलेक्ट्रिक इफेक्ट। नाइन्थ अपना है लिमिटेशंस
ਹਾਈਡਰੋਜਨ ਹੋ ਗਿਆ ਹਨਾ, और सब एटॉमिक पार्टिकल्स होंगे। एटॉमिक मॉडल्स ਦੇ ਵਿੱਚ ਕੀ ਕਰਵਾਇਆ ਜਾਏਗਾ ਤੁਹਾਨੂੰ ਰਦਰਫੋਰਡ, ਬੋਹਰ ਮॉडल्स, ਥॉमस मॉडल, ਇਹ ਸਾਰੇ ਮॉडल्स ਤੁਹਾਨੂੰ ਡਿਸਕ੍ਰਾਈਬ ਕੀਤੇ ਜਾਣਗੇ। ਉਸ ਤੋਂ ਬਾਅਦ ਆਉਂਦਾ ਬੋਹਰ ਮॉडल। ਬੋਹਰ ਮॉडल ਕਿਹੜਾ ਹੁੰਦਾ? ਬੋਹਰ ਮॉडल ਦਾ ਮਤਲਬ ਕਿ ਜਿਹੜਾ ਹਾਈਡਰੋਜਨ ਲਈ ਬੋਹਰ ਮॉडल ਐਕਸਪਲੇਨ ਕੀਤਾ ਗਿਆ ਸੀ, ਉਹਨੇ ਕਿਹਾ ਸੀ ਕਿ ਜਿਹੜਾ ਮਤਲਬ ਕਿ ਇਲੈਕਟ੍ਰੋਨ ਦਾ ਹੁੰਦਾ ਸਿਰਫ 1 ਹੁੰਦਾ ਸ਼ੈਲ ਦੇ ਵਿੱਚ। ਉਸ ਤੋਂ ਬਾਅਦ ਇਹਦੇ ਹਾਈਡਰੋਜਨ ਲਈ ਇਹ ਸਿਰਫ ਸਹੀ ਸੀ, ਇਹ ਸਿਰਫ ਕਿਹਦੇ ਲਈ ਸੀ? ਹਾਈਡਰੋਜਨ ਬੌਂਡ। बट ये एक्सप्लेन नहीं कर सकिया कि ओदा मतलब कि लिथियम हो गया, बोरॉन हो गया, बाकी सारे नाल क्यों नहीं हो रहा, ਤਾਂ ਕਰਕੇ ਉਹਦੀ ਕੀ ਸੀ? ਫੇਲਿਅਰ। ਤਾਂ ਆਪਾਂ ਇਹ ਲਿਮਿਟੇਸ਼ਨਸ ਹੋ ਜਾਂਦਾ। ਫਿਰ ਉਸ ਤੋਂ ਬਾਅਦ ਕੁਆਂਟਮ ਨੰਬਰ। ਕੁਆਂਟਮ ਨੰਬਰ ਕਿਵੇਂ ਹੁੰਦਾ ਹੈ? ਜਿਵੇਂ ਸੌਰੀ 1 2 3 मतलब कि ਪੁਆਇੰਟਸ ਦੇ ਵਿੱਚ ਨਹੀਂ ਹੁੰਦਾ, ਹੋਲ ਨੰਬਰ ਦੇ ਵਿੱਚ ਹੁੰਦਾ ਕੁਆਂਟਮ ਨੰਬਰ। ਫਿਰ ਆਏਗਾ ਨੇਚਰ ਆਫ ਇਲੈਕਟ੍ਰੋਨਿਕ ਮੈਗਨੈਟਿਕ ਮॉडल। ਨੇਚਰ ਕੀ ਹੈ ਇਲੈਕਟ੍ਰੋਮੈਗਨੈਟਿਕ ਮॉडल्स ਦਾ। ਉਸ ਤੋਂ ਬਾਅਦ ਫੋਟੋ ਇਲੈਕਟ੍ਰਿਕ ਇਫੈਕਟ ਵੀ ਹੁੰਦਾ ਹੈ। लिमिटेशंस अपनी हो चुकी है। डुअल नेचर ऑफ मैटर मतलब कि किसी लाइट का या पार्टिकल्स का डुअल नेचर में दो नेचर किवें जिवें एक बंदा दो काम कर सकदा उवें ओदा की है डुअल नेचर ऑफ मैटर। फिर उस तो बाद तुहानू कराया जाएगा डी ब्रोगली। डी ब्रोगली का रिलेशनशिप, शेप्स ऑफ sp d ऑर्बिटल्स। शेप्स किदियां s ते p ते d दियां ऑर्बिटल्स। S ਦੇ ਵਿੱਚ ਕਿੰਨਾ ਹੁੰਦਾ ਹੈ 0, P ਦੇ ਵਿੱਚ ਕਿੰਨਾ ਹੁੰਦਾ ਹੈ 1, ਇਹਦੇ D ਦੇ ਵਿੱਚ ਕਿੰਨਾ ਹੁੰਦਾ ਹੈ 2। ਇਹ ਸ਼ੇਪਸ ਬਾਰੇ ਦੱਸਿਆ ਗਿਆ। ਫਿਰ ਉਸ ਤੋਂ ਬਾਅਦ ਤੁਹਾਨੂੰ ਕਰਵਾਇਆ ਜਾਏਗਾ ਇਲੈਕਟ੍ਰੋਨ ਸਪਿਨ ਕੁਆਂਟਮ ਨੰਬਰ। ਇਲੈਕਟ੍ਰੋਨ ਦੇ ਸਪਿਨ ਦੇ ਕੁਆਂਟਮ। ਫਿਰ ਉਸ ਤੋਂ ਬਾਅਦ ਆਪਣਾ ਹੈਗਾ ਰੂਲ ਆਫ ਫਿਲਿੰਗ ਹਾਫ ਫਿਲਡ ਐਂਡ ਫੁੱਲੀ ਫਿਲਡ। ਹਾਫ ਫਿਲਡ ਤੇ ਫੁੱਲੀ ਫਿਲਡ ਦਾ ਕੀ ਮਤਲਬ ਹੋਇਆ? ਜਿਵੇਂ ਆਪਾਂ ਕੋਈ ਇਲੈਕਟ੍ਰੋਨ ਫॉर ਐਗਜ਼ਾਮਪਲ ਕਾਰਬਨ ਲੈ ਲਓ ਜੀ। ਕਾਰਬਨ ਦਾ ਐਟੋਮਿਕ ਨੰਬਰ 6, ਤਾਂ ਇਹਦੇ ਕਿੰਨੇ 3 ਬਾਕਸ ਬਣਾਤੇ 1 2 एडजस्ट हो गया 1 2 1 2। ਇਹ ਆਪੋਜ਼ਿਟਸ ਚ ਹੁੰਦੇ ਆ, ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੁੰਦੇ ਆ। ਤਾਂ ਕੀ ਹੈ ਇਹਦਾ ਕਾਰਬਨ ਦਾ ਨੰਬਰ ਇਹ ਫੁੱਲੀ ਫਿਲਡ ਹੋ ਗਿਆ, ਤਾਂ ਇਹ ਕੀ ਹੈ ਫੁੱਲੀ ਫਿਲਡ। ਤੇ ਹਾਫ ਫਿਲਡ ਕਿਵੇਂ ਹੈ? ਜਦੋਂ ਤੁਸੀਂ 5 ਨੰਬਰ ਲੈ ਲਓ ਤਾਂ ਉਹਦੇ ਵਿੱਚ ਕੀ ਹੋਗਾ 1 2 1 2 ਤੇ ਇਹ ਕਿੰਨਾ ਸਿਰਫ 1, ਤਾਂ ਇਹ ਕੀ ਹੈ ਹਾਫ ਫਿਲਡ ਹੈ, ਇਹ ਫੁੱਲੀ ਫਿਲਡ ਨਹੀਂ ਹੈ। ਇੱਕ ਮਤਲਬ ਕਿ ਆਰਬਿਟਲ ਦੇ ਵਿੱਚ ਕਿੰਨੇ ਮੈਕਸਿਮਮ 2 ਆਪਾਂ ਪਾ ਸਕਦੇ ਹਾਂ ਇਲੈਕਟ੍ਰੋਨਸ। ਤਾਂ ਇਹ ਕੀ ਸੀ ਐਟੋਮਿਕ ਸਟਰਕਚਰਸ ਦੇ ਅੰਦਰ ਜਿਹੜੇ ਟੌਪਿਕਸ ਤੁਹਾਨੂੰ ਕਰਵਾਏ ਜਾਣਗੇ। ਠੀਕ ਹੈ, ਚਲੋ ਨੈਕਸਟ ਆਪਣਾ ਥਰਡ ਵਾਲਾ ਜਿਹੜਾ ਹੈਗਾ ਉਹ ਹੈਗਾ ਆਪਣੇ ਸਟੇਟਸ ਆਫ ਮੈਟਰ। ਸਟੇਟਸ ਆਫ ਮੈਟਰ ਬਾਰੇ ਦੱਸਿਆ ਜਾਏਗਾ। मैटर ਇਹਦੇ ਵਿੱਚ ਥੋੜੇ ਹੀ ਟੌਪਿਕਸ ਹੈ ਜਿਹੜੇ ਕਰਵਾਏ ਜਾਣਗੇ ਤੁਹਾਨੂੰ, ਬਲਕਿ ਜ਼ਿਆਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਥੋੜਾ ਜਿਹਾ ਟੌਪਿਕਸ ਦੇ ਅੰਡਰ ਸਬ ਟੌਪਿਕਸ ਹੈਗੇ। ਚਲੋ ਇੰਟਰਮੋਲੀਕੂਲਰ ਫੋਰਸਿਸ ਕਰਵਾਈ ਜਾਣਗੀਆਂ, ਥਰਮਲ एनर्जी, थर्ड intermolecular force, versus thermal energy। फोर्थ ਤੁਹਾਨੂੰ ਕਰਵਾਇਆ ਜਾਏਗਾ the gaseous state, gases, gas law, sixth again ideal gas equation, theory of gaseous of kinetic molecular theory। लास्ट है अपना लिक्विड स्टेट बारे दस्या जाएगा, द लिक्विड स्टेट। ਇਹਦੇ ਵਿੱਚ ਸਟੇਟਸ ਆਫ ਮੈਟਰਸ ਆਪਣੇ ਨੂੰ ਪਤਾ ਹੁੰਦਾ ਕਿੰਨੇ ਤਰ੍ਹਾਂ ਦੇ ਹੁੰਦੇ ਆ, 3 ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦਾ ਆਪਣਾ ਸੋਲਿਡ, ਇੱਕ ਹੁੰਦਾ ਆਪਣਾ ਲਿਕੁਇਡ, ਇੱਕ ਹੁੰਦਾ ਆਪਣਾ ਗੈਸੀਅਸ। ਇਹਦੇ ਵਿੱਚ ਕੀ ਕਰਵਾਇਆ ਜਾਏਗਾ? ਪਹਿਲਾਂ ਤੁਹਾਨੂੰ ਫੋਰਸਿਸ ਕਰਾਇਆ
ਬਣਾਈਆਂ ਜਾਣਗੀਆਂ ਸਾਰੀਆਂ ਜਿਹੜੀਆਂ ਫੋਰਸਿਸ ਹੈਗੀਆਂ ਕਿ ਇਹਨਾਂ ਦੇ ਵਿੱਚ ਕਿਹੜੀਆਂ ਫੋਰਸ ਹੈਗੀਆਂ ਇੰਟਰਮੋਲੀਕੂਲਰ ਕਿਵੇਂ ਹੋਈ ਕਿਵੇਂ ਨਹੀਂ ਹੋਈ ਉਸ ਬਾਰੇ ਦੱਸਿਆ ਜਾਏਗਾ। ਫਿਰ ਤੁਹਾਨੂੰ ਦੱਸਿਆ ਜਾਏਗਾ ਥਰਮਲ એનર્ਜੀ ਬਾਰੇ એનર્ਜੀਜ਼ ਦੇ ਬਾਰੇ। ਫਿਰ ਤੁਹਾਨੂੰ ਥਰਡ ਟੌਪਿਕ ਦੇ ਵਿੱਚ ਕੀ ਕਰਵਾਇਆ ਜਾਏਗਾ ਇਹਨਾਂ ਦੋਨਾਂ ਦੇ ਵਰਸਿਸ मतलब कि डिफरेंस कह सकते हो ਤੁਸੀਂ ਤੇ ਇਹਦਾ ਰਿਲੇਸ਼ਨਸ਼ਿਪ ਵੀ ਕਹਿ ਸਕਦੇ ਹੋ ਉਹ ਚੀਜ਼ ਕਰਵਾਈ ਜਾਏਗੀ। फिर अपना आंदा गैसियस स्टेट गैसियस स्टेट्स बारे दस्या जाएगा गैस लॉ की गैस लॉ की इक्वेशंस की है ਉਹਦਾ रिलेशनशिप्स की है। फिर ਉਸ ਤੋਂ ਬਾਅਦ आइडियल गैस इक्वेशन बारे थ्योरी ऑफ गैसेस ऑफ किनेटिक मॉलिक्यूलर थ्योरी द लिक्विड स्टेट इस चैप्टर ਦੇ ਅੰਡਰ ਇਹਨੇ ਟੌਪਿਕ ਸੀ। ਇਹਦੀ ਡਿਟੇਲ ਸਟੱਡੀ ਕਾਫੀ ਲੈਂਥੀ ਹੈ ਤਾਂ ਕਰਕੇ ਥੋੜਾ ਜਿਹਾ ਉੱਤੋਂ ਹੀ ਤੁਹਾਨੂੰ ਹਿੰਟ ਦਿੱਤਾ ਜਾ ਰਿਹਾ ਕਿ ਇਸ ਦੇ ਟੌਪਿਕਸ ਦੇ ਅੰਡਰ ਕਿਹੜੇ-ਕਿਹੜੇ ਅਸੀਂ ਤੁਹਾਨੂੰ ਟੌਪਿਕਸ ਕਰਾਵਾਂਗੇ। ਠੀਕ ਹੈ ਜੀ ਆਪਾਂ 4th ਤੋਂ ਸਟਾਰਟ ਕਰ ਲਈ ਨੋਟ ਡਾਊਨ ਹੋ ਗਿਆ ਹੋਣਾ ਮੈਨੂੰ ਲੱਗਦਾ। 4th ਜਿਹੜਾ ਹੁੰਦਾ ਹੈ ਉਹ ਆਪਣੇ ਨੂੰ ਕਰਵਾਇਆ ਜਾਏਗਾ केमिकल बॉन्डिंग। 4th की अपना केमिकल बॉन्डिंग। केमिकल बॉन्डिंग वाला चैप्टर थोड़ा सा ज्यादा लेंथी है बट डोंट वरी इट इज वेरी इंपॉर्टेंट एंड इजी। केमिकल बॉन्डिंग एंड मॉलिक्यूलर स्ट्रक्चर। पहला ਤੁਹਾਨੂੰ ਕਰਵਾਇਆ ਜਾਏਗਾ concept of chemical bonding। सेकंड है अपना concept of ionic and covalent bond। थर्ड अपना है फॉर्मेशन ऑफ बॉन्ड्स आयनिक बॉन्डिंग। फोर्थ विच फैक्टर अफेक्टिंग द आयनिक बॉन्ड्स। फिर तो फिफ्थ से करवाया जाएगा कोवेलेंट बॉन्ड बारे। सिक्स्थ कंसेप्ट ऑफ इलेक्ट्रोनेगेटिविटी। सिक्स्थ सेवंथ है ਤੁਹਾਡਾ डाइपोल मूवमेंट्स बारे। थोड़ी स्पेस ज्यादा घट रही है ना चलो एनीवे। 8th है अपना डाइपोल मोमेंट्स हो गया। विस्पर थ्योरी नाइन्थ है अपना क्वांटम मैकेनिकल्स approach to covalent bonding। फिर उस तो बाद ਤੁਹਾਨੂੰ shapes ਬਾਰੇ ਦੱਸਿਆ ਜਾਏਗਾ shapes of simple molecules। ਇਹਦੇ ਅੱਗੇ ਵੀ ਟੌਪਿਕਸ ਹੈ ਮੈਂ ਐਕਸਪਲੇਨ ਕਰ ਦਾਂਗੀ ਪਹਿਲਾਂ ਇਹਨਾਂ ਐਕਸਪਲੇਨ ਕਰੀ। पहला की करवाया जाएगा केमिकल बॉन्डिंग बारे दस्या जाए। केमिकल बॉन्डिंग की ਹੁੰਦਾ ਜਦੋਂ ਕੋਈ ਚੀਜ਼ਾਂ ਦੋ ਜਣੇ ਜੁੜਦੀ ਹੈ ਉਹਦੇ ਕੈਮੀਕਲਸ ਦੀ ਕੀ मतलब कि ਨਾਲ ਕਿਵੇਂ ਫੋਰਸ ਲੱਗਦੀ ਹੈ ਆਪੋਜ਼ਿਟ ਫੋਰਸ ਅਟਰੈਕਟ ਈਚ ਅਦਰ ਉਵੇਂ ਕੈਮੀਕਲੀ ਆਪਾਂ ਕਿਵੇਂ ਬੌਂਡ ਬਣਾਉਂਦੇ ਆ ਉਹ ਇੱਕ ਦੂਜੇ ਨਾਲ। ਜਿਵੇਂ ਤੁਸੀਂ ਦੇਖਿਆ ਨਾ ਹਾਈਡਰੋਜਨ ਹਮੇਸ਼ਾ ਆਕਸੀਜਨ ਨਾਲ ਬਣਦਾ ਤਾਂ ਹੀ ਆਪਣਾ ਵਾਟਰ ਬਣਦਾ ਤੇ ਮੋਲੀਕੂਲਰ ਸਟਰਕਚਰਸ ਕੀ ਉਹਨਾਂ ਦੀ ਸਟਰਕਚਰਸ ਕਿਵੇਂ ਦਿੱਤੀਆਂ ਜਾਂਦੀਆਂ। ਪਹਿਲਾ ਕਰਵਾਇਆ ਗਿਆ concept of chemical bonding। केमिकल बॉन्डिंग ਹੁੰਦਾ ਕੀ ਹੈ ਉਸ ਬਾਰੇ ਐਕਸਪਲੇਨ ਕੀਤਾ ਜਾਏਗਾ। फिर कंसेप्ट ऑफ आयनिक एंड कोवेलेंट बॉन्ड्स ते आयनिक बॉन्ड मतलब कि शेयरिंग बॉन्ड्स ਹੁੰਦੇ हैं। शेयरिंग बॉन्ड्स की शेयर किਵੇਂ ਕੀਤੇ ਜਾਂਦੇ बॉन्ड एक दूसरे ਨਾਲ। फिर ਉਸ ਤੋਂ ਬਾਅਦ फॉर्मेशन ऑफ आयनिक बॉन्डिंग करवाया जाएगा। फैक्टर्स ਕੀ ਹੈ ਜਿਹਦੇ ਨਾਲ ਆਪਣੀ आयनिक बॉन्डिंग ਹੁੰਦੀ है। कोवेलेंट बॉन्डिंग ਬਾਰੇ ਦੱਸਿਆ ਜਾਏਗਾ।
कंसेप्ट ऑफ इलेक्ट्रोनेगेटिविटी। इलेक्ट्रोनेगेटिविटी मतलब कि जेड़े कि इलेक्ट्रॉन्स अपने किसी तो लैंदे है, जेड़े कि इलेक्ट्रॉन्स लैंदे है तां करके उन्हां दे उत्ते नेगेटिव साइन आ जांदा है। तो किवें आंदा है। उस बाद तुहानूं करवाया जाएगा डाइपोल मूवमेंट बारे। डाइपोल मूवमेंट्स की हुंदे है, विस्पर थ्योरी की हुंदा है, वैलेंस शेल इलेक्ट्रॉन्स थ्योरी। ओके, फिर उस बाद क्वांटम नंबर्स आपां लास्ट वाले च कीता सी ते इहदे क्वांटम मैकेनिकल अप्रोच टू कोवैलेंट बॉन्ड कराया जाएगा। फिर उस बाद शेप्स ऑफ सिंपल मॉलिक्यूल्स दी शेप्स किवें किवें बनदियां ते किवें नहीं बनदियां उस बारे दस्सिया जाएगा। ठीक है जी, इनू ही आपां कंटिन्यू करदे हां। इहदे थोड़ा सिलेबस रह गया हजे तुहाडा। अपना आ गया हुन 11th टॉपिक। 11th टॉपिक दे आपां कर चुके हैं विस्पर थ्योरी, हाइब्रिडाइजेशन। अपना टॉपिक है हाइब्रिडाइजेशन। ठीक है, ਇਹਦੇ ਵਿੱਚ ਇਨਵੋल्व ਕਰਾਂਗੇ ਆਪਾਂ ਕੀ ਕਰਾਂਗੇ ਸ਼ੇਪਸ ਬਾਰੇ, ਐਸ ਸ਼ੇਪ ਬਾਰੇ, ਪੀ ਸ਼ੇਪ ਬਾਰੇ, ਡੀ ਸ਼ੇਪ ਬਾਰੇ। ठीक है, ऑर्बिटल्स बारे। फिर मॉलिक्यूलर ऑर्बिटल थ्योरी करवाई जाएगी तुहानू 12th ते। मॉलिक्यूलर ऑर्बिटल थ्योरी। 13 ते सिग्मा बॉन्ड बारे। सिग्मा बॉन्ड की है, सिग्मा बॉन्ड्स बारे। ते उस तो बाद इलेक्ट्रॉनिक कॉन्फ़िगरेशन की है, इलेक्ट्रॉनिक कॉन्फ़िगरेशन ऑफ होमो न्यूक्लियर कॉन्फ़िगरेशन। ठीक है जी, या डायटोमिक मॉलिक्यूल्स, डायटोमिक। 15 ਤੇ ਤੁਹਾਨੂੰ ਕਰਵਾਇਆ ਜਾਏਗਾ ਇਸ ਤੋਂ ਬਾਅਦ ਲੈਂਥ ਬਾਰੇ, ਬੌਂਡ એનર્ਜੀ ਬਾਰੇ, बॉन्ड एनर्जी। ते लास्ट टॉपिक होएगा अपना हाइड्रोजन बॉन्डिंग, हाइड्रोजन बॉन्डिंग एंड इट्स एप्लीकेशंस। ਇਹਦੇ ਵਿੱਚ ਆਪਾਂ ਹਾਈਬ੍ਰਿਡਾਈਜੇਸ਼ਨ ਪੜਾਂਗੇ। ਹਾਈਬ੍ਰਿਡਾਈਜੇਸ਼ਨ ਮਤਲਬ ਕਿ ਕਿਵੇਂ ਉਹ ਜਿਹੜੀ ਸ਼ੇਪਸ ਹੈ ਹਾਈਬ੍ਰਿਡ ਕਰਦੀ ਹੈ, ਇਲੈਕਟ੍ਰॉन्स ਕਿਵੇਂ ਇਨਵੋਲਵ ਕਰਦੇ ਆ। मॉलिक्यूलर ऑर्बिटल थ्योरी बारे पढ़ाया जाएगा, सिग्मा बॉन्ड बारे पढ़ाया जाएगा कि सिग्मा बॉन्ड किवें काम करदी है, किवें नहीं करदी। इलेक्ट्रॉनिक कॉन्फ़िगरेशन ऑफ होमोन्यूक्लियर। होमो मतलब कि सेम तरह के जेडे एटम इलेक्ट्रॉन्स हुंदे हैं तां ओदे डायटोमिक किवें दो एटम्स किवें काम करेंगे वो दस्सिया जाएगा। बॉन्ड एनर्जी बारे दस्सिया जाएगा, हाइड्रोजन बॉन्डिंग ते ओदियां एप्लीकेशंस। तुसीं नोट डाउन कर लो। फोर्थ हो गया, फिफ्थ वन। फिफ्थ विच अपने दस्या जाएगा बेसिक प्रिंसिपल ऑफ स्पेक्ट्रोस्कोपी। ये जेड़ा थोड़ा या बीएससी ते एमएससी लेवल का है तो बट बहुत इजी है, थोड़ा बहुत इन्होंने लिखा गया है, ज्यादा टॉपिक्स नहीं लेते तो डोंट वरी प्लीज। ठीक है, तो फिफ्थ अपना टॉपिक की आ गया बेसिक प्रिंसिपल्स ऑफ स्पेक्ट्रोस्कोपी। स्पेक्ट्रोस्कोपी ਇਹਦੇ ਵਿੱਚ पहला टॉपिक करवाया जाएगा रोटेशनल बारे, रोटेशनल। सेकंड वाइब्रेशनल। थर्ड है अपना रमन ते फोर्थ अपना है एनएमआर। रोटेशनल स्पेक्ट्रोस्कोपी, वाइब्रेशनल स्पेक्ट्रोस्कोपी, रमन स्पेक्ट्रोस्कोपी ते एनएमआर स्पेक्ट्रोस्कोपी। ਇਹਦੇ ਵਿੱਚ ਤੁਹਾਨੂੰ ਕੀ ਕਰਾਇਆ ਜਾਏਗਾ, रोटेशनल स्पेक्ट्रोस्कोपी। स्पेक्ट्रोस्कोपी ਹੁੰਦਾ ਕੀ ਹੈ? स्पेक्ट्रोस्कोपी मतलब कि कोई इंस्ट्रूमेंट जिवें स्पेक्ट्रा काम कर रहा ਤਾਂ ਉਹਦੀ ਜਿਵੇਂ ਹਾਰਟਬੀਟ ਲਈ ਇੱਕ ਇੰਸਟਰੂਮੈਂਟ ਯੂਜ਼ ਕਰਦੇ ਆ ਤਾਂ ਉਹਨੂੰ ਕੀ ਕਹਿੰਦੇ, ਇੱਕ ਤਰ੍ਹਾਂ ਦਾ स्पेक्ट्रोस्कोपी। ਤਾਂ ਇਹਦੇ ਵਿੱਚ ਤੁਹਾਨੂੰ ਕਰਵਾਇਆ ਜਾਏਗਾ रोटेशनल।
ਰੋਟੇਟ ਕਰਕੇ ਤੁਹਾਡੀ ਸਪੈਕਟ੍ਰੋਸਕੋਪੀ ਕੰਮ ਕਰ ਰਹੀ ਹੈ। ਤੇ ਵਾਈਬ੍ਰੇਸ਼ਨ, ਵਾਈਬ੍ਰੇਸ਼ਨ मतलब कि एक मूवमेंट होनी कि सिर्फ वाइब्रेट करके काम करना चाहिए, फॉर एग्जांपल ट्रेन। फिर उस तो बाद ਤੁਹਾਨੂੰ ਕਰਾਇਆ ਜਾਏ ਰਮਨ ਸਪੈਕਟ੍ਰੋਸਕੋਪੀ ਤੇ ਲਾਸਟ ਹੈਗਾ ਆਪਣਾ NMR मतलब कि न्यूक्लियर मैग्नेट रेजोनेंस स्पेक्ट्रोस्कोपी। ਇਸ ਦੇ ਵਿੱਚ ਸਿਰਫ ਆਹੀ ਚਾਰ ਆਪਾਂ ਟੌਪਿਕਸ ਕਰਨੇ ਆ ਤੇ ਐਂਡ ਅਪ ਕਰਨੇ। ਇਸ ਤੋਂ ਬਾਅਦ ਤੁਹਾਡਾ 6th ਆਂਦਾ ਹੈ ਲਾਸਟ ਸੈਕਿੰਡ ਵਾਲਾ। आई होप यू कैन अंडरस्टैंड द सिलेबस प्रॉपर्ली। तो प्लीज वीडियो ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। सिक्स्थ अपना हैगा टॉपिक थर्मोडायनेमिक्स। थर्मोडायनेमिक्स, थर्मोडायनेमिक्स ਇਹਦੇ ਵਿੱਚੋਂ ਪਹਿਲਾਂ ਕਰਵਾਇਆ ਜਾਏਗਾ ਤੁਹਾਨੂੰ फंडामेंटल्स, fundamental system and surroundings, ਉਹਦੀਆਂ properties, first law, second law, type of processes, fifth, sixth, concept of work, seventh, heat capacity, ਤੇ 8th वाला टॉपिक है अपना Hen's work, Hen's law, Hen's law। ਇਹ ਥਰਮੋਡਾਇਨਾमिक्स ਵਿੱਚ ਬਹੁਤ ਈਜ਼ੀ ਥਰਮੋਡਾਇਨਾमिक्स ਹੈ, मतलब कि थर्मली मोस्टली ਇਹਦੇ ਚ न्यूमेरिकल्स ਆਉਂਦੇ ਆ। ਪਹਿਲਾਂ ਤੁਹਾਨੂੰ ਦੱਸਿਆ ਜਾਏਗਾ सिस्टम एंड सराउंडिंग। सिस्टम मतलब कि ਜਿਹੜੀ ਕੋਈ ਚੀਜ਼ ਚੱਲ ਰਹੀ ਹੈ ਕਿ ਸਿਸਟਮ ਵਾਈਜ਼ ਚੱਲ ਰਹੀ ਹੈ, ਠੀਕ ਹੈ। ਤੇ ਸਰਾउंडिंग्स ਕੀ ਉਹਦੇ ਆਲੇ ਦੁਆਲੇ ਕੀ ਚੀਜ਼ ਹੈ ਉਸ ਬਾਰੇ ਦੱਸਿਆ ਜਾਏਗਾ। ਪ੍ਰੋਪਰਟੀਜ਼ ਦੱਸਿਆ ਜਾਣਗੀਆਂ ਸਿਸਟਮ ਤੇ ਸਰਾउंडिंग्स ਦੀਆਂ ਕਿ ਉਹਦੀਆਂ ਪ੍ਰੋਪਰਟੀਜ਼ ਕੀ ਹੈ। फर्स्ट लॉ ऑफ थर्मोडायनेमिक्स बारे पढ़ाया जाएगा, सेकंड लॉ ऑफ थर्मोडायनेमिक्स बारे पढ़ाया जाएगा। टाइप ऑफ प्रोसेसेस ਇਹਦੇ ਵਿੱਚ ਕਿਹੜੇ-ਕਿਹੜੇ ਪ੍ਰੋਸੈਸ ਲੱਗਦੇ ਆ ਉਸ ਬਾਰੇ ਦੱਸਿਆ ਜਾਏਗਾ। ਕਨਸੈਪਟ ਆਫ ਵਰਕ ਬਾਰੇ ਦੱਸਿਆ ਜਾਏਗਾ ਕਿ ਵਰਕ ਦਾ ਕਨਸੈਪਟ ਕੀ ਹੈ, ਕਿਵੇਂ ਕੰਮ ਕਰਦਾ ਹੈ, ਉਹਦੀ ਅਸੀਂ ਐਸਆਈ ਯੂਨਿਟਸ ਦੱਸੀਆਂ ਜਾਣਗੀਆਂ ਕਿ ਉਹਦੀ ਐਸਆਈ ਯੂਨਿਟ ਸਾਰੀਆਂ ਕੀ ਹੈ। ਫਿਰ ਉਸ ਤੋਂ ਬਾਅਦ ਹੀਟ ਕੈਪੈਸਿਟੀ ਬਾਰੇ ਦੱਸਿਆ ਜਾਏਗਾ, ਹੀਟ ਕੈਪੈਸਿਟੀ ਹੁੰਦਾ ਕੀ ਹੈ। ਤੇ ਲਾਸਟ ਕੀ ਟੌਪਿਕ ਹੈ ਹੈਂਸ ਲਾਅ ਬਾਰੇ ਪੜਾਇਆ ਜਾਏਗਾ। ठीक है जी, अपना हुन लास्ट वाला रह गया सिलेबस का लास्ट क्वेश्चन जेड़ा अपन डिस्कस करना है। ये भी बहुत छोटा है, ज्यादा बड़ा नहीं है, ये थोड़ा जो है थोड़ी सी लेंथी चैप्टर्स है, बाकी सारे शॉर्ट ही है। यू कैन कवर योर सिलेबस वेरी इजीली। सेवंथ अपना जेड़ा टॉपिक हैगा वो हैगा इक्विलिब्रियम बारे। इक्विलिब्रियम बारे ਇਹਦੇ ਵਿੱਚ भी कोई ज्यादा नहीं है, थोड़ा सा ही है। पहला अपने करवाया जाएगा मीनिंग कि मीनिंग की होगा, सेकंड होगा कंसेप्ट कि कंसेप्ट की है, थर्ड अपने करवाया जाएगा कि सॉलिड टू लिक्विड किवें कन्वर्ट होंदे हैं, फोर्थ विच अपने करवाया जाएगा लिक्विड टू गैस, ते फिफ्थ कराया जाएगा गैस तो अपने सॉलिड तो लिक्विड किवें कन्वर्ट, सॉलिड टू गैस किवें कन्वर्ट। हाँ जिवें ਇਹਦੇ ਇਕੁਇਲਿਬ੍ਰੀਅਮ ਦਾ ਕਨਸੈਪਟ ਦੇ ਵਿੱਚ ਮੀਨਿੰਗ, ਇਕੁਇਲਿਬ੍ਰੀਅਮ ਦਾ ਮੀਨਿੰਗ ਕੀ ਹੈ, ਉਹਦਾ ਕਨਸੈਪਟ ਕੀ ਹੈ, ਸੋਲਿਡ ਤੋਂ ਲਿਕੁਇਡ ਕਿਵੇਂ ਹੁੰਦੇ ਆ, ਲਿਕੁਇਡ ਤੋਂ ਗੈਸ ਕਿਵੇਂ ਹੁੰਦੀ ਹੈ ਤੇ ਸੋਲਿਡ ਤੋਂ ਗੈਸ ਕਿਵੇਂ ਹੁੰਦੀ ਹੈ। ਫॉर ਐਗਜ਼ਾਮਪਲ ਇੱਕ ਆਈਸ ਲੈ ਲਓ, ਬਰਫ਼ ਲੈ ਲਓ। ਬਰਫ਼ ਨੂੰ ਸੋਲਿਡ ਤੋਂ ਲਿਕੁਇਡ ਆਪਾਂ ਕਨਵਰਟ ਕਰ ਸਕਦੇ ਹਾਂ ਬਾਈ ਬੋਇਲ, मतलब कि ਜਿਵੇਂ ਬਰਫ਼ ਨੂੰ ਤੁਸੀਂ ਧੁੱਪੇ ਰੱਖ ਦੋ ਤਾਂ ਲਿਕੁਇਡ ਚ ਕਨਵਰਟ ਹੋ ਚੁੱਕਾ ਸੀ। ਤੇ ਉਸੇ ਤਰ੍ਹਾਂ ਲਿਕੁਇਡ ਨੂੰ ਤੁਸੀਂ ਬੋਇਲ ਵਾਲੀ ਹੀਟ ਨੂੰ ਜ਼ਿਆਦਾ ਦੇ ਦਿਓ, ਠੀਕ ਹੈ। ਪਾਣੀ ਜੇ ਕੱਪੜੇ ਸੁਕਾਉਣ ਜਾਣੇ ਉਹਦੇ ਵਿੱਚ ਪਾਣੀ ਹੈ ਤਾਂ ਉਹ ਕੀ ਗੈਸਿਸ ਸਟੇਟਸ ਥਰੂ ਵੈਪੋਰੇਟ ਹੋ ਜਾਂਦਾ ਹੈ। ਤਾਂ ਇਹ ਤਿੰਨੋਂ ਪ੍ਰੋਸੈਸ ਹੈ, ਇਹ ਤਿੰਨੋਂ ਪ੍ਰੋਸੈਸ ਕੀ ਹੁੰਦੇ ਆ ਇੱਕ ਦੂਜੇ ਨਾਲ ਇੰਟਰਲਿੰਕ ਹੁੰਦੇ, ਇੰਟਰਲਿੰਕਡ ਹੁੰਦੇ ਸਾਰਾ ਕੁਝ, ਸੋਲਿਡ ਟੂ ਲਿਕੁਇਡ, ਲਿਕੁਇਡ ਟੂ ਗੈਸਸ। ਤਾਂ ਇਸ ਕਲਾਸਿਸ ਦੇ ਵਿੱਚ ਆਹ ਤੁਹਾਡੇ ਜਿਹੜੇ 7 ਟੌਪਿਕਸ ਹੈ ਇਹ ਤੁਹਾਨੂੰ ਚੰਗੀ ਤਰ੍ਹਾਂ ਕਰਾਏ ਜਾਣਗੇ। ਇਹਨਾਂ ਦੇ ਤੁਹਾਨੂੰ ਨੋਟਸ ਦਿੱਤੇ ਜਾਣਗੇ, ਐਮਸੀਕਿਊਜ਼ ਟਾਈਪ ਤੇ ਪ੍ਰੈਕਟਿਸ ਕਰਵਾਈ ਜਾਏਗੀ ਤੇ ਜੇ ਕਿਸੇ ਨੂੰ ਕੋਈ ਵੀ ਡਾਊਟਸ ਹੈ ਤਾਂ ਤੁਹਾਡੇ ਡਾਊਟਸ ਜ਼ਰੂਰ ਕਲੀਅਰ ਕੀਤੇ ਜਾਣਗੇ। ਤਾਂ ਇਹ 7 ਟੌਪਿਕ ਤੁਹਾਨੂੰ ਇਹ ਮਾਸਟਰ ਕੈਟ ਦਾ ਫਿਜ਼ੀਕਲ ਕੈਮਿਸਟਰੀ ਦਾ ਸਿਲੇਬਸ ਸੀ ਜਿਹੜਾ ਕਿ ਅਸੀਂ ਤੁਹਾਡੇ ਨਾਲ ਡਿਸਕਸ ਕੀਤਾ ਹੈ।
ਤਾਂ ਪਲੀਜ਼ ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਏ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।